ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰਿਓ, ਪਿਛਲੇ ਕਾਫੀ ਸਮੇਂ ਤੋਂ ਅਸੀਂ ਸੰਕੇਤਕ ਸ਼ਬਦਾਵਲੀ ਦੇ ਉੱਤੇ ਲੜੀਵਾਰ ਵਿਚਾਰ ਕਰ ਰਹੇ ਹਾਂ। ਤਕਰੀਬਨ ਜਦੋਂ ਕੁਝ ਹਫ਼ਤੇ ਪਹਿਲਾਂ ਅਸੀਂ ਵਿਚਾਰ ਕੀਤੀ ਸੀ, ਜਿੱਥੋਂ ਤੱਕ ਮੈਨੂੰ ਯਾਦ ਹੈ ਦਿਗੰਬਰ ਦਾ ਸ਼ਬਦ ਆਇਆ ਸੀ ਲਾਸਟ, ਜਿਹੜਾ ਜੈਨ ਮਤ ਦੇ ਜਿਹੜੇ ਮੁੱਖ ਫਿਰਕੇ ਹਨ ਸਤੰਬਰ ਤੇ ਦਿਗੰਬਰ, ਉਹਦੀਆਂ ਵਿਚਾਰਾਂ ਅਸੀਂ ਆਪ ਜੀ ਦੇ ਨਾਲ ਕੀਤੀਆਂ ਸਨ। ਇਸ ਤੋਂ ਅੱਗੇ ਜੋ ਅੱਖਰ ਹਨ ਦੱਦੇ ਤੋਂ, ਉਹ ਦਿਨ ਰੈਣ ਹੈ। ਮਾਝ ਰਾਗ ਦੇ ਵਿੱਚ ਇਹ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇੱਕ ਬਹੁਤ ਛੋਟੇ ਜਿਹੇ ਆਕਾਰ ਦੀ ਹੈ। ਇਹ ਬੜੀ ਛੋਟੀ ਜਿਹੀ ਰਚਨਾ ਹੈ। ਇਹਦੇ ਕੁੱਲ 4 ਸ਼ਬਦ ਹਨ ਜਾਂ 4 ਪਦੇ ਹਨ ਇਸ ਬਾਣੀ ਦੇ। ਹਰ ਪਦੇ ਦੀਆਂ ਤਕਰੀਬਨ 8-8 ਪੰਕਤੀਆਂ ਹਨ। ਤੋ ਇਸ ਕਾਵਿ ਰੂਪ ਦੇ ਰਾਹੀਂ ਗੁਰੂ ਅਰਜਨ ਦੇਵ ਮਹਾਰਾਜ ਨੇ ਮਨੁੱਖ ਨੂੰ ਸਤਿਗੁਰੂ ਦੀ ਸਿੱਖਿਆ, ਸਤਿਗੁਰੂ ਜੀ ਦੀ ਮੱਤ ਉੱਪਰ ਚੱਲ ਕੇ ਪ੍ਰਮਾਤਮਾ ਨਾਲ ਜੁੜਨ ਦਾ ਇੱਕ ਅਧਿਆਤਮਿਕ ਸੁਨੇਹਾ ਦਿੱਤਾ ਹੈ ਇਸ ਬਾਣੀ ਰਾਹੀਂ। ਜਿਵੇਂ 12 ਮਾਹ ਦੀ ਬਾਣੀ, ਥਿੱਤਾਂ ਦੀ ਬਾਣੀ, ਉਸੇ ਤਰ੍ਹਾਂ ਦਿਨ ਰਾਤ ਦਾ ਵੀ ਜ਼ਿਕਰ ਗੁਰੂ ਸਾਹਿਬ ਜੀ ਨੇ ਕੀਤਾ ਹੈ। ਇਹ ਬਾਣੀ ਜੇ ਅਸੀਂ ਵਿਚਾਰਦੇ ਹਾਂ, ਪੜ੍ਹਾਂਗੇ ਤਾਂ ਉੱਤਮ ਪੁਰਖ ਵਿੱਚ ਇੱਕ ਰਚੀ ਹੋਈ ਜਾਪਦੀ ਹੈ। ਇਹ ਇੱਕ ਤਰ੍ਹਾਂ ਦਾ ਨਾਲ ਆਪ ਸਵੈ ਸੰਬੋਧਨ ਕਰਕੇ ਇਹ ਇਸ ਬਾਣੀ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਸੰਸਾਰ ਨੂੰ ਇੱਕ ਸੇਧ ਬਖਸ਼ੀ ਹੈ, ਸਿੱਖਿਆ ਬਖਸ਼ੀ ਹੈ। ਬਾਣੀ ਦਾ ਜਦੋਂ ਆਰੰਭ ਹੁੰਦਾ ਹੈ ਤਾਂ ਉਹ ਜੋ 136 ਅੰਕ ਦੇ ਉੱਤੇ ਮਾਝ ਰਾਗ ਦੇ ਵਿੱਚ ਦਰਜ ਹੈ, ਗੁਰੂ 12 ਮਾਹ ਤੋਂ ਬਾਅਦ, ਤਾਂ ਉੱਥੇ ਸਤਿਗੁਰੂ ਜੀ ਬਚਨ ਕਰਦੇ ਹਨ, ਸੀਵੀਂ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰੈਨ, ਆਪ ਤਿਆਗ ਸ਼ਰਨੀ ਪਵਾਂ ਮੁਖ ਬੋਲੀ ਮਿਠੜੇ ਵੈਨ, ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਨ, ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਬਸਣ ਭੈਣ। ਇਹ ਪਹਿਲਾ ਇੱਥੋਂ ਬਾਣੀ ਆਰੰਭ ਹੁੰਦੀ ਹੈ। ਮਨੁੱਖ ਦਾ ਪ੍ਰਭੂ ਨਾਲੋਂ ਵਿਛੋੜਾ ਅਸਲ ਵਿੱਚ ਇਹ ਮਨੁੱਖ ਦੇ ਆਪਣੇ ਕੀਤੇ ਹੋਏ ਕਰਮਾਂ ਦਾ ਇੱਕ ਨਤੀਜਾ ਹੁੰਦਾ ਹੈ। ਇਹ ਕਰਮ ਹੁਣ ਦੇ ਜੀਵਨ ਦੇ ਵੀ ਹਨ, ਇਹ ਕਰਮ ਪਹਿਲੇ ਵੀ ਹੋ ਸਕਦੇ ਹਨ। ਤੋ ਇਸ ਸਤਿਗੁਰੂ ਜੀ ਕਹਿੰਦੇ ਨੇ ਵੀ ਇਸ ਕੰਮ ਦੇ ਲਈ ਕਿਸੇ ਹੋਰ ਨੂੰ ਦੋਸ਼ ਦੇਣ ਦੀ ਜ਼ਰੂਰਤ ਨਹੀਂ। ਤੇਰੇ ਆਪਣੇ ਅੰਦਰ ਝਾਤ ਮਾਰ ਕੇ ਦੇਖ, ਤੇਰੇ ਕੀਤੇ ਹੋਏ ਕਰਮਾਂ ਦਾ ਰਿਜ਼ਲਟ ਤੇਰੇ ਸਾਹਮਣੇ ਹੈ। ਔਰ ਇਹ ਯਾਦ ਰੱਖੀ ਕਿ ਪ੍ਰਭੂ ਤੋਂ ਵਿਛੋੜਾ ਇੱਕ ਐਸਾ ਸਲ ਹੈ ਜਿਹਦੇ ਨਾਲ ਮਨੁੱਖ ਸਾਰੀ ਜ਼ਿੰਦਗੀ ਭਟਕਣਾ ਦੇ ਵਿੱਚ ਹੀ ਪਿਆ ਰਹਿੰਦਾ ਹੈ। ਤੋ ਇਹ ਪ੍ਰਭੂ ਦੇ, ਗੁਰੂ ਸਾਹਿਬ ਜੀ ਪ੍ਰਭੂ ਦੇ ਸਨਮੁਖ ਦਰਸ਼ਨ ਦੇਣ ਦੀ ਬੇਨਤੀ ਇਹਦੇ ਵਿੱਚ ਕਰਦੇ ਹਨ। ਜਿਹੜਾ ਪਹਿਲਾ ਸ਼ਬਦ ਜਿਹੜਾ ਅਸੀਂ ਅੱਜ ਪੜ੍ਹਿਆ ਹੈ ਜਾਂ ਸੁਣਿਆ ਹੈ, ਇਹਦੇ ਵਿੱਚੋਂ ਜੋ ਸੰਦੇਸ਼ ਮਿਲਦਾ ਹੈ ਉਹ ਹੈ ਆਪਣੇ ਸਾਈਂ ਨੂੰ ਦਿਨ ਰੈਣ ਯਾਦ ਵਿੱਚ ਲਿਆਉਣਾ। ਕਿਉਂਕਿ ਜੋ ਆਖਰੀ ਪੰਕਤੀ ਸੀ
जो जी हर ते विछड़े से सुख न वसन भैन। ये रिजल्ट है प्रभु तो विछोड़े का। तो गुरु साहब जी जे इस शब्द के इस पहले अंक राही सानू विछोड़ा ते मिलाप की गल दसदे हैं। दूजा जड़ा अंक है इस शब्द इत्थे दूजा शब्द है दूजा अंक है ਜਾਂ दूजा पदा है ਉਹਦੇ ਵਿੱਚ ਵੀ ਵਿਛੋੜੇ ਦੀ ਪੀੜਾ ਜਾਂ ਬਿਰਹੋਂ ਦੀਆਂ ਚੋਟਾਂ ਨੂੰ ਬਿਆਨ ਕੀਤਾ ਗਿਆ ਹੈ। ਜੀਵ ਰੂਪੀ ਇਸਤਰੀ ਚਾਹੇ ਸਹੁਰੇ ਰਹੇ ਤੇ ਚਾਹੇ ਪੇਕੇ ਰਹੇ, ਆਪਣੇ ਪਤੀ ਦੇ ਨਾਲ ਹੀ ਉਹਦੀ ਕਦਰ ਪੈਂਦੀ ਹੈ ਜਾਂ ਆਪਣੇ ਪਤੀ ਦੇ ਰੈਫਰੈਂਸ ਨਾਲ ਹੀ ਉਹ ਜਾਣੀ ਜਾਂਦੀ ਹੈ। ਪ੍ਰਭੂ ਬਹੁਤ ਕਿਰਪਾਲੂ ਹੈ, ਦੀਨਾਨਾਥ ਹੈ, ਦੀਨ ਦਿਆਲ ਹੈ। ਉਹ ਪਤਿਤ ਲੋਕਾਂ ਦਾ ਉਧਾਰ ਵੀ ਕਰਦਾ ਹੈ ਜੋ ਉਹਦੀ ਸ਼ਰਨ ਵਿੱਚ ਆ ਜਾਂਦੇ ਹਨ। ਜਿਹੜਾ ਵਿਅਕਤੀ ਗੁਰੂ ਸਾਹਿਬ ਜੀ ਦੱਸਦੇ ਨੇ ਵੀ ਨਿਮਰਤਾ ਰੱਖ ਕੇ, ਨਿਮਰ ਭਾਵਨਾ ਰੱਖ ਕੇ ਉਸਦੇ ਦਰ ਤੇ ਚਲਾ ਜਾਵੇ ਜਾਂ ਉਸਦੇ ਦਰ ਤੇ ਜਾਂਦਾ ਹੈ, ਪ੍ਰਭੂ ਉਸ ਦੇ ਉੱਤੇ ਬਖਸ਼ਿਸ਼ ਕਰਦਾ ਹੈ। ਗੱਲ ਤਾਂ ਆਪਣਾ ਆਪ ਸਮਰਪਣ ਕਰਨ ਦੀ ਹੈ, ਹੰਕਾਰ ਨੂੰ ਕੱਢਣ ਦੀ ਹੈ, ਨਿਮਰਤਾ ਭਾਵ ਪੈਦਾ ਕਰਨ ਦੀ ਹੈ। ਤੋ ਜਿਹੜੇ ਲੋਕ ਦਿਨ ਰਾਤ ਉਸ ਪ੍ਰੀਤਮ ਦੇ ਵਿੱਚ ਲੀਨ ਰਹਿੰਦੇ ਹਨ, ਉਹ ਫਿਰ ਗੁਰੂ ਸਾਹਿਬ ਉਹਨਾਂ ਨੂੰ ਧਨਤਾ ਜੋ ਕਹਿੰਦੇ ਨੇ ਜਾਂ ਧਨ ਕਹਿੰਦੇ ਨੇ। ਇਹ ਦੂਜਾ ਅੰਕ ਦਾ ਛੋਟਾ ਜਿਹਾ ਭਾਵ ਜਿਹੜਾ ਹੈ ਉਹ ਹੈ ਦੂਜੇ ਪਦੇ ਦਾ। ਸਤਿਗੁਰੂ ਜੀ ਉਸ ਪਦੇ ਵਿੱਚ ਇਹ ਗੱਲ ਕਹਿੰਦੇ ਨੇ, ਆਦ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ, ਕੀਮਤ ਕੋਈ ਨ ਜਾਣੀ ਕੋ ਨਾਹੀ ਤੋਲਣਹਾਰ, ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸ਼ੁਮਾਰ, ਦਿਨ ਰੈਣ ਜੇ ਪ੍ਰਭ ਕੋ ਸੇਵਦੇ ਤਿਨ ਕੈ ਸਦ ਬਲਿਹਾਰ। ਹੁਣ ਪਹਿਲਾ ਜਿਹੜਾ ਅੰਕ ਸੀ ਉਹ 'ਚ ਵਿਛੋੜੇ ਦੀ ਗੱਲ ਸੀ ਵੀ ਉਹ ਦੁਖੀ ਹਨ ਜਿਹੜੇ ਪਰਮਾਤਮਾ ਤੋਂ ਵਿਛੜੇ ਹੋਏ ਹਨ। ਇੱਥੇ ਇਹ ਜਿਹੜੇ ਪਰਮਾਤਮਾ ਦੀ ਦਿਨ ਰਾਤ ਜੋ ਸੇਵਾ ਵਿੱਚ ਲੱਗੇ ਹੋਏ ਹਨ, ਉਹਦੀ ਯਾਦ ਵਿੱਚ ਜੁੜੇ ਹੋਏ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਹੋਂ ਕੁਰਬਾਨੇ ਜਾਊਂ ਮਿਹਰਬਾਨਾ, ਹੋਂ ਕੁਰਬਾਨੇ ਜਾਊਂ, ਹੋਂ ਕੁਰਬਾਨੇ ਜਾਊਂ ਤਿਨਾ ਕੇ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤਿਨਾ ਕੇ ਹੋਂ ਸਦ ਕੁਰਬਾਨੇ ਜਾਊਂ। ਤਲੰਗ ਰਾਗ ਵਿੱਚ ਗੁਰੂ ਪਾਤਸ਼ਾਹ ਦਾ ਬਚਨ ਆਉਂਦਾ ਹੈ। ਤੋ ਸਤਿਗੁਰੂ ਜੀ ਨੇ ਇਸ ਦਿਨ ਰਹਿ ਬਾਣੀ ਦੇ ਜਾਂ ਤੀਜਾ ਪਦਾ ਹੈ ਉਹਦੇ ਵਿੱਚ ਜੋ ਬਚਨ ਕੀਤੇ ਹਨ ਉਹ ਹਨ ਕਿ ਪ੍ਰਭੂ ਦੇ ਪਿਆਰੇ ਪ੍ਰਭੂ ਦੀ ਸੇਵਾ ਸਿਮਰਨ ਦੇ ਵਿੱਚ ਹਰ ਵੇਲੇ ਲੀਨ ਰਹਿੰਦੇ ਹਨ। ਉਸ ਪ੍ਰਭੂ ਦੇ ਉਸ ਪ੍ਰਮਾਤਮਾ ਨੇ ਮਨੁੱਖ ਦਾ ਇਹ ਜਿੰਦ ਇਹ ਸਰੀਰ ਸਾਜ ਕੇ ਇਹਨੂੰ ਜੀਵਨ ਬਖਸ਼ਿਆ ਹੈ। ਇਹ ਜੀਵਨ ਬਖਸ਼ਣ ਵਾਲਾ ਕੇਵਲ ਪ੍ਰਮਾਤਮਾ ਹੈ। ਨਾ ਚਾਹੁੰਦਾ ਤਾਂ ਜਨਮ ਨਾ ਹੁੰਦਾ। ਜੀਵਨ ਦੀ ਦਾਤ ਕੇਵਲ ਦੇਣ ਵਾਲਾ ਪ੍ਰਮਾਤਮਾ ਹੈ। ਉਸ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਜਪਣਾ ਇਹ ਮਨੁੱਖ ਦਾ ਫਰਜ਼ ਬਣਦਾ ਹੈ। ਉਹਦੀ ਯਾਦ ਨੂੰ ਵਸਾ ਕੇ ਰੱਖਣਾ। ਕਿਉਂ? ਕਿਉਂਕਿ ਉਹ ਇੱਛਾ ਪੂਰਕ ਹੈ, ਉਹ ਦੀਨ ਦਿਆਲੂ ਹੈ, ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਮਾਲਕ ਹੈ, ਉਹ ਪਾਲਣਾ ਕਰਨ ਵਾਲਾ ਪ੍ਰਤਪਾਲਕ ਹੈ, ਉਹ ਸਾਡਾ ਖਸਮ ਹੈ। ਇਸ ਵਾਸਤੇ ਉਹਦੀ ਯਾਦ ਕਰਨੀ ਜ਼ਰੂਰੀ ਹੈ ਤੇ ਇਹ ਵੀ ਗੱਲ ਜ਼ਰੂਰੀ ਹੈ ਕਿ ਜਦੋਂ ਉਹਦੀ ਯਾਦ ਸਾਡੇ ਜਿਵੇਂ ਜਿਵੇਂ ਅਸੀਂ ਯਾਦ ਵਿੱਚ ਜੁੜਾਂਗੇ ਤਿਵੇਂ ਤਿਵੇਂ ਸਾਡੇ ਮਾੜੇ ਕਰਮ ਨਾਸ਼ ਹੁੰਦੇ ਜਾਣਗੇ। ਜਾਂ ਕਹਿ ਲਈਏ ਸਾਡੇ ਕੀਤੇ ਹੋਏ ਗੁਨਾਹ ਜਿਵੇਂ ਜਿਵੇਂ ਪ੍ਰਮਾਤਮਾ ਦੇ ਨੇੜੇ ਹੋਵਾਂਗੇ ਪ੍ਰਮਾਤਮਾ ਉਹਨਾਂ ਨੂੰ ਬਖਸ਼ ਦਿੰਦਾ ਹੈ। ਅਸੀਂ ਇਤਿਹਾਸ ਵਿੱਚੋਂ ਬਹੁਤ ਸਾਰੀਆਂ ਸਾਖੀਆਂ ਪੜ੍ਹਦੇ ਹਾਂ। ਚੋਰ, ਠੱਗ ਸੱਜਣ ਬਣ ਗਏ, ਭੂਮੀਆਂ ਚੋਰ ਗੁਰੂ ਕਾ ਸਿੱਖ ਬਣ ਗਿਆ, ਬਿਧੀ ਚੰਦ ਡਾਕੂ ਸੀ,
गुरु का सीना बन गया, बीज चंद छीना गुरु का सीना कुहाया। क्यों? ਜਿਵੇਂ ਜਿਵੇਂ ਗੁਰੂ ਦੀ ਸ਼ਰਨ ਵਿੱਚ ਬਹਿ ਕੇ ਗੁਰੂ ਦੀ ਸੰਗਤ ਕੀਤੀ, ਗੁਰੂ ਦੇ ਨਾਲ ਜੁੜੇ, ਤਿਵੇਂ ਤਿਵੇਂ ਉਹਨਾਂ ਦੇ ਅੰਦਰ ਵਾਹਿਗੁਰੂ ਦੀ ਯਾਦ ਵਸਦੀ ਗਈ, ਗੁਰੂ ਦੀ ਚਿੰਤਨ ਵਸਦਾ ਗਿਆ, ਤੇ ਉਹ ਆਪਣੇ ਅੰਦਰੋਂ ਮੈੜੇ ਭੈੜੇ ਕਰਮਾਂ ਦਾ ਨਾਸ਼ ਕਰਦੇ ਗਏ ਤੇ ਪਵਿੱਤਰ ਜੀਵਨ ਵਾਲੇ ਬਣ ਗਏ। ਤੇ ਜਿਹੜੇ ਵਿਅਕਤੀ ਦਿਨ ਰਾਤ ਪਰਮਾਤਮਾ ਨੂੰ ਯਾਦ ਕਰਦੇ ਹਨ, ਤੇ ਸਤਿਗੁਰੂ ਇਸ ਤੀਜੇ ਪਦੇ 'ਚ ਫਿਰ ਗੱਲ ਕਰਦੇ ਨੇ, ਉਹ ਹਰੇ ਭਰੇ ਹਨ, ਉਹ ਖੁਸ਼ ਹਨ, ਉਹੀ ਖੁਸ਼ਹਾਲ ਹਨ, ਉਹੀ ਹੀ ਪਿਆਰ ਤੇ ਰਸ ਨਾਲ ਭਰੇ ਹੋਏ ਹਨ। ਜਿਹੜਾ ਸ਼ਬਦ ਦਾ ਦਿਨ ਰਹਿਣ ਬਾਣੀ ਦਾ ਜੋ ਤੀਜਾ ਪਦਾ ਹੈ, ਉਹ ਹੈ ਨਾਨਕ ਜੀਵੇ ਜਪ ਹਰੀ, ਦੁਖ ਸਭ ਹੀ ਹੰਤ, ਦਿਨ ਰਹਿਣ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ। ਇਹ ਆਖਰੀ ਪੰਕਤੀ ਹੈ ਉਹਦੀ, ਦਿਨ ਰਹਿਣ ਜਿਸ ਨਾ ਵਿਸਰੇ। तो देखोगे आप जी, ਤਕਰੀਬਨ ਇੱਥੇ ਹਰ ਪਦੇ ਵਿੱਚ ਦਿਨ ਰਹਿਣ ਦਾ ਜ਼ਿਕਰ ਕੀਤਾ ਗਿਆ ਹੈ। ਦਿਨ ਰਹਿਣ ਦਾ ਮਤਲਬ ਜੀਵਨ ਦਾ ਹਰ ਪਲ। ਤਾਂ ਇੱਥੋਂ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੀਵਨ ਦਾ ਹਰ ਪਲ ਜਦੋਂ ਪਰਮਾਤਮਾ ਸਾਡੀ ਯਾਦ ਦਾ ਹਿੱਸਾ ਬਣ ਜਾਏਗਾ, ਉਹੀ ਹਰਿਆ ਭਰਿਆ ਹੈ, ਉਹੀ ਖੇੜੇ ਵਾਲਾ ਹੈ, ਉਹੀ ਵਿਕਾਸ ਵਾਲਾ ਹੈ, ਉਹੀ ਆਨੰਦ ਵਾਲਾ ਹੈ। ਉਹਦੇ ਜੀਵਨ ਵਿੱਚ ਖੁਸ਼ੀਆਂ ਖੇੜੇ ਆਉਣਗੇ। ਉਹ ਜੀਵਨ ਸਦਾ ਹੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਇਹ ਦਿਨ ਰਹਿਣ ਬਾਣੀ ਦਾ ਜਿਹੜਾ ਤੀਜਾ ਪਤਾ ਹੈ। ਜਿਹੜਾ ਅੰਤਲਾ ਪਤਾ ਹੈ ਇਹ ਦਿਨ ਰਹਿਣ ਬਾਣੀ ਦਾ, ਗੁਰੂ ਸਾਹਿਬ ਇਹਦੇ ਵਿੱਚ ਇੱਕ ਨਿਮਾਣੀ ਜਿਹੀ ਜੀਵ ਰੂਪੀ ਇਸਤਰੀ ਵੱਲੋਂ ਉਸ ਪਰਮ ਪਿਤਾ ਪਰਮੇਸ਼ਰ ਦੇ ਅੱਗੇ ਉਹਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ ਕਿ ਪਰਮਾਤਮਾ ਤੇਰੇ ਉੱਪਰ ਭਰੋਸਾ, ਮੈਂ ਤੇਰੇ ਉੱਤੇ ਟੇਕ ਰੱਖ ਕੇ ਤੇਰੇ ਦਰ ਤੇ ਹਾਜ਼ਰ ਹੋਇਆ। ਇੱਕ ਜੀਵ ਰੂਪੀ ਇਸਤਰੀ ਵੱਲੋਂ ਕੀਤੀ ਹੋਈ ਬੇਨਤੀ ਹੈ, ਤੇਰੇ ਉੱਤੇ ਹਾਜ਼ਰ ਹੋਈ ਹਾਂ, ਕਿਰਪਾ ਕੀਤੀ ਜਾਵੇ ਤੇ ਮੇਰੀ ਇਸ ਹਾਜ਼ਰੀ ਨੂੰ ਪ੍ਰਵਾਨ ਕਰ ਲਿਆ ਜਾਵੇ। ਪ੍ਰਭੂ ਫਿਰ ਜਿਵੇਂ ਚਾਹੇਗਾ ਉਹ ਉਸੇ ਮੁਤਾਬਕ ਜ਼ਿੰਦਗੀ ਬਤੀਤ ਕਰੇਗੀ, ਕਿਉਂਕਿ ਤੂੰ ਮੇਰਾ ਮਾਲਕ ਹੈ। ਉਸੇ ਜੀਵਨ ਨੂੰ ਸਫਲ ਸਮਝਿਆ ਜਾਂਦਾ ਹੈ ਜਿਹਦਾ ਇਸ ਪ੍ਰਭੂ ਦੇ ਗੁਰੂ ਦੇ ਹੁਕਮ ਦਾ ਜੀਵਨ ਬਣ ਜਾਏ। ਜਿਸ ਦਿਨ ਪਰਮਾਤਮਾ ਦੀ ਮਿਲਾਪ ਦੀ ਸ਼ੋਅ ਮਿਲੇਗੀ, ਅਸਲ 'ਚ ਉਹੀ ਜੀਵਨ ਸਫਲ ਵਾਲਾ ਹੈ, ਉਹੀ ਜੀਵਨ ਵਧੀਆ ਹੈ, ਉਹੀ ਜੀਵਨ ਪਰਿਵਾਰ ਹੈ। ਤਾਂ ਇਸ ਜੋ ਆਖਰੀ ਇਹ ਸ਼ਬਦ ਹੈ ਜਾਂ ਆਖਰੀ ਪਦਾ ਹੈ, ਉਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੇ ਬਚਨ ਕਰਦੇ ਹਨ ਉਹ ਹੈ, ਦੂਜੀ ਜਾਏ ਨਾ ਸੁਝੀ, ਕਿੱਥੇ ਕੂਕਣ ਜਾਊਂ, ਹੋਰ ਕੋਈ ਥਾਂ ਨਹੀਂ ਲੱਭਦੀ ਮੇਰੇ ਪਿਆਰਿਆ, ਕਿੱਥੇ ਜਾਵਾਂ ਕੂਕਾਂ ਮਾਰਾਂ, ਕਿਹਦੇ ਜਾ ਕੇ ਤਰਲਾ ਕਰਾਂ, ਕਿਹਦੇ ਅੱਗੇ ਜਾ ਕੇ ਮੈਂ ਆਪਣੀ ਗੱਲ ਤੇਰੀ ਵੇਦਨਾ ਨੂੰ ਰੱਖਾਂ, ਮੈਨੂੰ ਹੋਰ ਕੋਈ ਥਾਂ ਹੀ ਨਹੀਂ ਲੱਭਦੀ। ਅਗਿਆਨ ਵਿਨਾਸ਼ਨ ਤਮ ਹਰਨ, ਉੱਚੇ ਅਗੰਮ ਅਮਾਓ। ਮੇਰੇ ਮਾਲਕਾ ਤੂੰ ਹੀ ਤਾਂ ਗਿਆਨ ਨੂੰ, ਤੂੰ ਹੀ ਹਨੇਰੇ ਨੂੰ ਦੂਰ ਕਰਨ ਵਾਲਾ ਹੈ, ਅਗਿਆਨਤਾ ਦੀ ਫਾਹੀ ਕੱਟਣ ਵਾਲਾ ਹੈ। ਤੂੰ ਅਗੰਮ ਹੈ, ਤੇਰੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ, ਤੂੰ ਵੱਡਾ ਹੈ। ਤੇ ਸਤਿਗੁਰੂ ਫਿਰ ਕਹਿੰਦੇ ਨੇ, ਮਨ ਵਿਛੜਿਆ ਹਰ ਮੇਲੀਏ, ਨਾਨਕ ਇਹ ਸੁਆਓ, ਸਰਬ ਕਲਿਆਣਾ ਤਿਤ ਦਿਨ, ਹਰ ਪਰਸੀ ਗੁਰ ਕੇ ਪਾਉ। ਜਦੋਂ ਗੁਰੂ ਦੇ ਚਰਨ ਪਰਸੇ ਜਾਂਦੇ ਹਨ, ਉਹ ਹੀ ਅਸਲ ਵਿੱਚ ਦਿਨ ਪ੍ਰਵਾਨ ਹੁੰਦਾ ਹੈ। ਤੋ ਦਿਨ ਰਹਿਣ ਇਸ ਬਾਣੀ ਦਾ ਜੋ ਧਰਮ ਵਰਤੀ ਹੈ, ਉਹ ਵਰਤ ਕੇ ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਜੀਵਨ ਦੇ ਹਰ ਸਮੇਂ ਨੂੰ ਸਫਲ ਕਰਨ ਲਈ ਪ੍ਰਮਾਤਮਾ ਦੀ ਸ਼ਰਨ, ਪ੍ਰਮਾਤਮਾ ਦੇ ਹੁਕਮੀ ਬੰਦਾ ਬਣ ਕੇ ਜਿਉਣਾ, ਆਪਣੇ ਕੀਤੀਆਂ ਹੋਈ ਗਲਤੀਆਂ ਨੂੰ ਗੁਰੂ ਅੱਗੇ ਬਖਸ਼ਾਉਣਾ, ਔਰ ਹਰ ਸਮੇਂ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਚਿੰਤਨ 'ਚ ਰੱਖਣਾ, ਇਸ ਦੇ ਬਾਣੀ ਦਾ ਮੁੱਖ ਭਾਵ ਦਰਸਾਇਆ ਗਿਆ ਹੈ। ਜੋ ਦਿਨ ਰਹਿਣ ਸਰਲੇਖ ਹੇਠ ਗੁਰੂ ਅਰਜਨ ਦੇਵ ਮਹਾਰਾਜ ਨੇ ਮਾਝ ਰਾਗ ਦੇ ਵਿੱਚ ਇਹ ਉਚਾਰਨ ਕੀਤੀ ਹੈ। ਇਸ ਤੋਂ ਅੱਗੇ ਇੱਕ ਸ਼ਬਦ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੈ, ਜਿਹਨੂੰ ਦੁੱਖ ਭੰਜਨ ਦੇ ਨਾਂ ਵੀ ਕਿ ਦੁੱਖ ਜਾਂ ਦੁੱਖ ਭੰਜਨ ਦੀ ਗੱਲ ਅੱਗੇ ਕੀਤੀ ਜਾਂਦੀ ਹੈ।
ਬਾਜ਼ਾਰਾਂ ਵਿੱਚ ਅੱਜ ਦੁੱਖ ਭੰਜਨ ਦੇ ਨਾਂ ਦੇ ਉੱਤੇ ਬਹੁਤ ਸਾਰਾ ਬਲੈਕਮੇਲਿੰਗ ਚੱਲ ਰਹੀ ਹੈ। ਦੁੱਖ ਭੰਜਨ ਗੁਟਕਾ ਬਣ ਗਿਆ, ਦੁੱਖ ਭੰਜਨੀ ਗੁਟਕਾ ਬਣ ਗਿਆ, ਇੱਕ ਸੁਖਮਣੀ ਤੋਂ ਸੁਖਮਣਾ ਗੁਟਕਾ ਬਣ ਗਿਆ। ਇਸ ਤਰ੍ਹਾਂ ਬੜਾ ਕੁਛ ਇਹੋ ਜਿਹੇ ਮਾਰਕੀਟਿੰਗ ਨਾਲ ਅੱਜ ਪੈਸਾ ਇਕੱਠਾ ਕੀਤਾ ਜਾ ਰਿਹਾ। 94 ਸ਼ਬਦ ਜਿਹੜੇ ਹਨ ਇਹ ਦੁੱਖ ਦੂਰ ਕਰਦੇ ਹਨ। ਇਹ ਸ਼ਬਦ ਦੂਰ ਪੜਾਂਗੇ ਦੁੱਖ ਦੂਰ ਹੋ ਜਾਏਗਾ। ਤਾਂ ਇਹ ਗੱਲਾਂ ਅਸੀਂ ਆਮ ਦੇਖਦੇ ਹਾਂ। ਤਾਂ ਗੁਰਬਾਣੀ ਅਨੁਸਾਰ ਜੋ ਗੁਰੂ ਦੀ ਮੱਤ ਹੈ ਕਿ ਪ੍ਰਮਾਤਮਾ ਤੋਂ ਬੇਮੁਖ ਹੋਣ ਦਾ ਕਾਰਨ ਹੀ ਮਨੁੱਖ ਦੁਖੀ ਹੁੰਦਾ ਹੈ। ਪ੍ਰਮਾਤਮਾ ਤੋਂ ਜਦੋਂ ਮਨੁੱਖ ਬੇਮੁਖ ਹੁੰਦਾ ਹੈ, ਦੁੱਖ ਦਾ ਕਾਰਨ ਇਹ ਹੈ, ਉਦੋਂ ਅੰਦਰੋਂ ਪੀੜਾ ਆਉਂਦੀ ਹੈ, ਦਰਦ ਉੱਠਦੀ ਹੈ। ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਵਾਲੀ ਅਵਸਥਾ ਬਣਦੀ ਹੈ, ਜੋ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਇਹ ਲਿਖਿਆ ਹੈ ਕਿ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ। ਉਹ ਤਾਂ ਜਨਮਾਂ ਜਨਮਾਂ ਦਾ ਵਿਛੋੜੇ ਦੀ ਗੱਲ ਕੀਤੀ ਗੁਰੂ ਪਾਤਸ਼ਾਹ ਨੇ। ਤਾਂ ਗੁਰਮਤ ਵਿੱਚ ਦੁੱਖਾਂ ਦੀ ਨਿਵਰਤੀ ਲਈ ਅਰਦਾਸ ਬੇਨਤੀ ਕਰਨ ਦਾ ਵਿਧਾਨ ਵੀ ਹੈ। ਪਰ ਇੱਕ ਗੱਲ ਕਹੀ ਗਈ ਕਿ ਸਾਰੀ ਗੁਰਬਾਣੀ ਹੀ ਦੁੱਖ ਦਰਦ ਦੂਰ ਕਰਨ ਵਾਲੀ ਹੈ। ਕੋਈ ਵਿਸ਼ੇਸ਼ ਸ਼ਬਦ ਜਾਂ ਕੋਈ ਵਿਸ਼ੇਸ਼ ਪੰਕਤੀ ਦਾ ਰਟਨ ਦੁੱਖ ਦੂਰ ਨਹੀਂ ਕਰ ਸਕਦਾ। ਗੁਰਬਾਣੀ ਇਹ ਗੱਲ ਸਮਝਾਉਂਦੀ ਹੈ, ਕਿਉਂਕਿ ਗੁਰਬਾਣੀ ਨੇ ਇਹ ਦੁੱਖ ਭੰਜਣਾ ਜਾਂ ਦੁੱਖ ਭੰਜਣ ਦੀ ਕੋਈ ਸਪੈਸ਼ਲ ਹੋਰ ਬਾਣੀ ਗੁਰੂ ਸਾਹਿਬ ਨੇ ਉਚਾਰਨ ਹੀ ਨਹੀਂ ਕੀਤੀ। ਜੇ ਲੋੜ ਹੁੰਦੀ ਤਾਂ ਗੁਰੂ ਸਾਹਿਬ ਇਸ ਸਿਰਲੇਖ ਦੀ ਆਪ ਬਾਣੀ ਲਿਖਦੇ। ਫਿਰ ਅਸੀਂ ਤਾਤੀ ਵਾਵਨ ਲੱਗ ਗਈ ਉਹ ਸ਼ਬਦ ਪੜ੍ਹੀ ਜਾਂਦੇ ਜਾਂ ਹੋਰ ਸ਼ਬਦ ਪੜ੍ਹ ਲੈਂਦੇ ਜਿਹੜੇ ਆਮ ਤੌਰ ਤੇ ਪੜ੍ਹੇ ਜਾਂਦੇ ਨੇ। ਤੋ ਗੁਰਬਾਣੀ 'ਚ ਰੋਗਾਂ ਦੀ ਵੀ ਕਈ ਵੰਡ ਕੀਤੀ ਗਈ ਹੈ, ਜਿੱਥੇ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਕਤਵਾਰ ਜਮਦੂਤ ਦੀ ਗੱਲ ਕੀਤੀ ਹੈ, ਉੱਥੇ ਦੁੱਖਾਂ ਦੀ ਵੀ ਗੱਲ ਕੀਤੀ ਗਈ ਹੈ। ਕਿੰਨੇ ਪ੍ਰਕਾਰ ਦੇ ਦੁੱਖ ਨੇ, ਕਿੰਨੀਆਂ ਹਨ, ਉਹ ਲੰਬਾ ਵਿਸ਼ਾ ਹੈ। ਮੇਰੇ ਇਸ ਸਵਾਲ ਨਾਲ ਰਿਲੇਟਡ ਨਹੀਂ ਅੱਜ ਦੀ ਇਸ ਵਿਚਾਰ ਨਾਲ। ਮੈਂ ਸਿਰਫ ਇੰਨੀ ਗੱਲ ਅੱਜ ਦੀ ਕਰਾਂਗਾ ਕਿ ਜਦੋਂ ਅਸੀਂ ਦੇਖਦੇ ਹਾਂ ਦੁਨੀਆ ਦੀ ਦੌੜ ਭੱਜ ਵਿੱਚ ਖੁੱਭ ਜਾਂਦੇ ਹਾਂ, ਪ੍ਰਮਾਤਮਾ ਤੋਂ ਦੂਰੀ ਬਣਦੀ ਹੈ, ਤਾਂ ਫਿਰ ਚਿੰਤ ਖਟੋਲਾ ਫਰੀਦਾ ਚਿੰਤ ਖਟੋਲਾ ਵਾਂ ਦੁੱਖ ਬਿਰਹਿ ਵਿਛਾਵਨ ਲੇਫ, ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ ਦੀ ਵੀ ਸਾਡੀ ਅਵਸਥਾ ਬਣ ਦਿੰਦੀ ਹੈ। ਫਿਰ ਇਹ ਵੀ ਹੈ, ਜਦੋਂ ਇਹੋ ਜਿਹੀ ਅਵਸਥਾ ਹੁੰਦੀ ਹੈ, ਫਰੀਦਾ ਦੁੱਖਾਂ ਸੇਤੀ ਦੇ ਗਿਆ ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਨੀ ਬੇੜਾ ਕਾ ਪ੍ਰਵਾਦ। ਫਿਰ ਇਹੋ ਜਿਹੀ ਅਵਸਥਾ ਹੋ ਜਾਂਦੀ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੁੱਖਾਂ ਦੀ ਵਿਆਖਿਆ ਕੀਤੀ ਤਾਂ ਉਹਦੇ ਵਿੱਚ ਇਹ ਸਤਿਗੁਰੂ ਜੀ ਨੇ ਸਾਨੂੰ ਜਿਹੜੀ ਗੱਲ ਸਮਝਾਈ ਉਹ ਹੈ, ਦੁੱਖ ਦਾਰੂ ਸੁਖ ਰੋਗ ਭਿਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੂ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਰੱਖਿਆ। ਗੁਰੂ ਸਾਹਿਬ ਜੀ ਨੇ ਦੁੱਖ ਦਾਰੂ ਦੀ ਗੱਲ ਕੀਤੀ। ਦੁੱਖ ਦੀ ਭਾਵਨਾ ਹੀ ਹੋਰ ਢੰਗ ਨਾਲ ਲੈ ਲਈ, ਤਦ ਕਿ ਇਨਸਾਨ ਇਸੇ ਗੱਲ ਦੇ ਉੱਤੇ ਪਰੇਸ਼ਾਨ ਨਾ ਹੋਵੇ। ਇਸ ਗੱਲ ਦੇ ਉੱਤੇ ਇਨਸਾਨ ਇਹ ਨਾ ਸੋਚੇ ਵੀ ਇਹ ਦੁੱਖ ਜਿਹੜੇ ਹਨ ਕਿਉਂ ਆ ਗਏ, ਕਿਸ ਤਰ੍ਹਾਂ ਆ ਗਿਆ। ਤਾਂ ਸਤਿਗੁਰੂ ਜੀ ਨੇ ਇਹ ਗੱਲ ਸਮਝਾਈ ਹੈ ਵੀ ਜਿਹੜਾ ਮਨੁੱਖ ਅਸਲ ਵਿੱਚ ਗੁਰੂ ਦਾ ਪੱਲਾ ਫੜ ਲੈਂਦਾ ਹੈ, ਉਸ ਭੌਜਲ ਸੰਸਾਰ ਦੇ ਵਿੱਚੋਂ ਦੁੱਖਾਂ ਤੋਂ ਨਿਵਰਤੀ ਕਰਕੇ ਪਾਰ ਉਤਾਰਾ ਕਰ ਲੈਂਦਾ ਹੈ। ਦੁੱਖ ਆਉਣ ਦਾ ਕਾਰਨ ਤੇ ਦੁੱਖਾਂ ਦੀ ਨਿਵਰਤੀ ਦੋ ਚੀਜ਼ਾਂ ਗੁਰੂ ਸਾਹਿਬ ਜੀ ਨੇ ਦੱਸੀਆਂ। ਕਾਰਨ ਵਿਛੋੜਾ ਹੈ, ਨਿਵਰਤੀ ਮਿਲਾਪ ਹੈ। ਵਿਛੋੜੇ ਦਾ ਦੁੱਖ ਹੈ, ਮਿਲਤੇ ਮਿਲਾਪ ਦੇ ਵਿੱਚ ਸੁੱਖ ਹੈ। ਤਾਂ ਇਹ ਦੋ ਚੀਜ਼ਾਂ ਗੁਰੂ ਸਾਹਿਬ ਜੀ ਨੇ ਦੱਸੀਆਂ। ਜਦੋਂ ਕਹਿੰਦੇ ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਸ਼ਟਪਦੀ ਆਉਂਦੀ ਹੈ, ਉਹਦੇ 'ਚ ਇੱਕ ਪੰਕਤੀ ਆਉਂਦੀ ਹੈ, ਉਹ
ਅੰਚਲ ਲਾਏ ਤਰਾਇਆ ਭਾਈ, ਭੋਜਲ ਭੋਜਲ ਦੁਖ ਸੰਸਾਰ, ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀਤਨ ਅੰਗ ਅਪਾਰ। ਹੁਣ ਇੱਕ ਅਗਲੀ ਗੱਲ ਇਹ ਹੈ, ਗੁਰੂ ਦੀ ਕਿਰਪਾ, ਗੁਰੂ ਦੀ ਨਜ਼ਰ ਤੋਂ ਬਿਨਾਂ ਇਹ ਦੁੱਖ ਕੁਝ ਕੱਟੇ ਨਹੀਂ ਜਾ ਸਕਦੇ। ਹਾਂ, ਇਲਾਜ ਕਰਾਉਣਾ ਸਾਡੀ ਡਿਊਟੀ ਹੈ, ਤੇ ਜਦੋਂ ਗੁਰੂ ਦੁੱਖ ਕੱਟਦਾ ਫਿਰ ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਫਿਰ ਭੋਜਨ ਸਾਡੇ ਜੀਵਨ ਦਾ ਆਧਾਰ ਬਣ ਜਾਂਦਾ ਹੈ। ਨਾਨਕ ਤਿਸ ਸ਼ਰਨਾਗਤੀ ਭਾਈ, ਜੇ ਕਿਲ ਵਿਖ ਕੱਟ ਨਾ ਹਾਰ। ਇਹ ਗੁਰੂ ਪਾਤਸ਼ਾਹ ਦਾ ਸ਼ਬਦ ਸਾਨੂੰ ਮਿਲਦਾ ਹੈ ਸੋਠ ਰਾਗ ਦੇ ਵਿੱਚ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਹੈ। ਤੋ ਅਸੀਂ ਇਹ ਜੋ ਗੱਲ ਕਰਦੇ ਆ ਦੁੱਖ ਭੰਜਨ ਦੀ, ਤਾਂ ਗੁਰੂ ਸਾਹਿਬ ਜੀ ਤਾਂ ਕਹਿੰਦੇ ਨੇ ਜਗਤ ਨੂੰ ਦੁੱਖ ਵਿੱਚ ਜੰਮਣ, ਦੁੱਖ ਵਿੱਚ ਮਰਨ, ਦੁੱਖ ਵਰਤਨ ਸੰਸਾਰ, ਦੁੱਖ ਦੁੱਖ ਅੱਗੇ ਰੱਖੀਐ, ਪੜ ਪੜ ਕਰੇ ਪੁਕਾਰ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜਿਉ ਜਲਾਇਆ, ਦੁਖੀਆ ਚੱਲਿਆ ਰੋਏ, ਨਾਨਕ ਸਿਫਤੀ ਰਤਿਆਂ, ਮਨ ਤਨ ਹਰਿਆ ਹੋਏ, ਦੁੱਖ ਕੀਆਂ ਅੱਗੀ ਮਾਰੀਆਂ, ਪੀ ਦੁੱਖ ਦਾਰੂ ਹੋਏ। ਇਹ ਸਤਿਗੁਰੂ ਪਾਤਸ਼ਾਹ ਦਾ ਸ਼ਲੋਕ ਹੈ, ਸਾਹਿਬ ਜੀ ਦੇ ਪਾਵਨ ਅੰਕ 1240 ਦੇ ਉੱਤੇ ਇਹ ਸ਼ਲੋਕ ਦਰਜ ਹੈ। ਵੀ ਜੰਮਣ ਦੁੱਖ ਵਿੱਚ, ਮਰਨਾ ਦੁੱਖ ਵਿੱਚ, ਸੰਸਾਰ ਵਿੱਚ ਦੁੱਖ, ਵਰਤਨ ਵਿੱਚ ਦੁੱਖ, ਸਾਰੀਆਂ ਗੱਲਾਂ ਗੁਰੂ ਪਾਤਸ਼ਾਹ ਜੀ ਨੇ ਸਮਝਾਈਆਂ। ਪਰ ਦੁੱਖ ਕੀਆਂ ਅੱਗੀ ਮਾਰੀਆਂ, ਵੀ ਦੁੱਖ ਦਾਰੂ ਹੋਏ। ਦੁੱਖ ਹੀ ਦਾਰੂ ਬਣ ਜਾਂਦੇ ਨੇ ਜਦੋਂ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਦੁੱਖ ਵਿੱਚੋਂ ਵੀ ਸੁੱਖ ਮੰਨਦਾ ਹੈ। ਤਾਂ ਇਹ ਜਦੋਂ ਅਸੀਂ ਇਤਿਹਾਸਕ ਘਟਨਾਵਾਂ ਨੂੰ ਪੜ੍ਹਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਕਾਲ ਨੂੰ ਦੇਖਦੇ ਹਾਂ, ਰਕਸ਼ੀਆ ਸਾਹਮਣੇ ਆ ਕੇ ਖੜਾ ਹੋ ਗਿਆ, ਇਹਦੀ ਮੌਤ ਮੈਂ ਦੇਖਣੀ ਹੈ। ਕਿਵੇਂ ਇਹ ਬੰਦਾ ਇੰਨਾ ਦ੍ਰਿੜ ਇਰਾਦੇ ਵਾਲਾ ਹੈ। ਜਦੋਂ ਸਾਰਾ ਕੁਝ ਦੇਖਿਆ, ਸਾਰੀਆਂ ਘਟਨਾਵਾਂ ਆਪ ਜੀ ਜਾਣਦੇ ਹੋ, ਹੁਣ ਬਾਦਸ਼ਾਹ ਦਾ ਦਿਲ ਅੰਦਰੋਂ ਕੰਬਿਆ ਤੇ ਉਹਨੇ ਸਵਾਲ ਕੀਤਾ, ਬੰਦਿਆ ਤੈਨੂੰ ਪੀੜਾ ਨਹੀਂ ਹੁੰਦੀ? ਤੈਨੂੰ ਦਰਦ ਨਹੀਂ ਹੁੰਦੀ? ਤੇਰਾ ਸਰੀਰ ਨੋਚਿਆ ਗਿਆ, ਬੱਚੇ ਦਾ ਦਿਲ ਕੱਢ ਕੇ ਮੂੰਹ 'ਚ ਤੁੰਨਿਆ, ਅੱਖ ਕੱਢ ਦਿੱਤੀ ਗਈ, ਕਿ ਤੈਨੂੰ ਪੀੜਾ ਨਹੀਂ ਹੁੰਦੀ? ਤਾਂ ਅੱਗੋਂ ਜਵਾਬ ਸੀ, ਫਰੈਕਚਰ ਪੀੜਾ ਉਸਨੂੰ ਹੁੰਦੀ ਹੈ ਜਿਸ ਨੇ ਸਤਨ ਨੂੰ ਆਪਣਾ ਜਾਣਿਆ ਹੋਵੇ, ਜਿਸ ਨੇ ਸਤਨ ਨੂੰ ਆਪਣੇ ਗੁਰੂ ਦੀ ਅਮਾਨਤ ਸਮਝਿਆ ਹੋਵੇ। ਉੱਥੇ ਪੀੜਾ ਦਾ ਕੋਈ ਨਾਮ ਨਹੀਂ, ਪੀੜਾ ਨਾਮ ਦੀ ਕੋਈ ਚੀਜ਼ ਨਹੀਂ। ਇਹ ਹੈ ਦੁੱਖ ਦੀਆਂ ਅੱਗੀ ਮਾਰੀਆਂ, ਪੀ ਦੁੱਖ ਦਾਰੂ ਹੋਏ। ਇਹ ਦੁੱਖ ਦਾਰੂ ਹੋ ਗਿਆ, ਇੱਥੇ ਹੈ। ਤਾਂ ਸਪੈਸ਼ਲ ਤੌਰ ਦੇ ਉੱਤੇ ਦੁੱਖ ਭੰਜਨ ਦੀ ਗੱਲ ਕਰਨੀ, ਜਾਂ ਦੁੱਖ ਭੰਜਨ ਨਾਮ ਦੇ ਗੁਟਕੇ ਬਣਾ ਲੈਣੇ, ਜਾਂ ਦੁੱਖ ਭੰਜਨ ਨਾਮ ਦਾ ਬਾਣੀ ਬਣਾ ਦੇਣੀ, ਇਹ ਗੁਰਮਤ ਦੇ ਅਨੁਕੂਲ ਗੱਲ ਨਹੀਂ ਹੈ। ਨਾ ਹੀ ਗੁਰਮਤ ਇਹਨਾਂ ਚੀਜ਼ਾਂ ਨੂੰ ਮੰਨਦੀ ਹੈ। ਅੱਗੇ ਤੁਰਦੇ ਹਾਂ, ਇੱਕ ਸ਼ਬਦ ਆਉਂਦਾ ਹੈ ਦੀਪ। ਭਗਵਤ ਪੁਰਾਣ ਦੇ ਵਿੱਚ ਇੱਕ ਕਥਾ ਹੈ ਕਿ ਰਾਜਾ ਪ੍ਰਿਯਵਰਤ ਇੱਕ ਪਹੀਏ ਵਾਲੇ ਰੱਥ ਉੱਤੇ ਚੜ੍ਹ ਕੇ 7 ਵਾਰੀ ਧਰਤੀ ਦੇ ਦੁਆਲੇ ਘੁੰਮਿਆ, ਜਿਸ ਕਾਰਨ ਪਹੀਏ ਦੀ ਜਿੱਥੇ ਨਿਸ਼ਾਨ ਪੈ ਗਿਆ, ਜਿੱਥੇ ਲੀਕ ਲੱਗ ਗਈ, ਉੱਥੇ 7 ਸਮੁੰਦਰ ਬਣ ਗਏ। ਕਹਾਣੀਆਂ ਵੀ ਬੜੀਆਂ ਵਧੀਆ ਪ੍ਰਚਲਿਤ ਨੇ। ਜਿਹੜੀਆਂ ਚੀਜ਼ਾਂ ਸੰਭਵ ਨਹੀਂ, ਉਹਨੂੰ ਵੀ ਸੰਭਵ ਕਰ ਦਿੱਤੀਆਂ। ਜਿਹੜੀਆਂ ਚੀਜ਼ਾਂ ਹੋ ਨਹੀਂ ਸਕਦੀਆਂ, ਪੋਸੀਬਲ ਨਹੀਂ ਸੀ, ਇੰਪੋਸੀਬਲ ਨੂੰ ਪੋਸੀਬਲ ਕਰਤਾ। ਕਹਾਣੀਆਂ ਬੜੀਆਂ ਪ੍ਰਚਲਿਤ ਨੇ। ਫਿਰ ਕਹਿੰਦੇ ਉਹਨਾਂ 7 ਸਮੁੰਦਰਾਂ ਦੇ ਵਿੱਚ ਜਿਹੜੇ ਘਿਰੇ ਹੋਏ ਖੁਸ਼ਕ ਧਰਤੀ ਦੇ ਹਿੱਸੇ ਸੀ, ਉਹਨਾਂ ਨੂੰ ਦੀਪ ਕਿਹਾ ਜਾਂਦਾ ਹੈ। ਤਾਂ 7 ਦੀਪ ਸਮੇਰ ਪਰਬਤ ਦੇ ਧੁਰੇ ਤੋਂ ਕਵਲ ਦੇ ਪੱਤਿਆਂ ਵਾਂਗੂ ਇਹ ਕਹਿੰਦੇ 7 ਦੀਪ ਫੈਲੇ ਹੋਏ ਨੇ। ਇਹਨਾਂ ਦੇ ਨਾਮ ਹਨ ਜੰਬੂ, ਪਲਖ, ਸ਼ਾਲਮਲ, ਕੁਸ਼, ਕਰੋਚ, ਸ਼ਾਖ ਤੇ ਪੁਸ਼ਕਰ, ਜਿਹਨਾਂ ਦੇ ਨਾਮ ਹਨ। ਵਿਸ਼ਨੂੰ ਪੁਰਾਣ ਵਿੱਚ ਦੀਪਾਂ ਦੀ ਗਿਣਤੀ 9 ਲਿਖੀ ਹੈ, ਜਿਹਦੇ ਵਿੱਚ ਇੰਦਰ, ਦੀਪ, ਖੇਰਮਤ, ਤੰਵਰਨ, ਗਬਸਤਿਮਤ, ਨਾਗ, ਸੌਮਿਆ, ਮਾਦਰ, ਵਰਦ, ਕੁਮਾਰਕ, ਇਹ ਲਿਖੀ ਹੈ। ਪਰ ਸਤਿਗੁਰੂ ਜੀ
ਜਿਹੜੀ ਗੱਲ ਕਰਦੇ ਹਨ ਉਹ ਹੋਰ ਹੈ। ਦੀਪਾਂ ਲੋਹਾਂ ਮੰਡਲਾਂ, ਦੀਪਾਂ ਲੋਹਾਂ ਮੰਡਲਾਂ, ਖੰਡਾਂ ਬਰਮੰਡਾਂ। ਸਤਿਗੁਰੂ ਦਾ ਇਹਨੂੰ ਦੀਪਾਂ ਲੋਹਾਂ ਤੋਂ ਉੱਪਰ ਉੱਡ ਜਾਂਦੇ ਨੇ। ਉਹ ਤਾਂ ਕਿੱਥੇ ਜਾ ਕੇ ਗੱਲ ਕਰਦੇ ਨੇ। ਸਤਿਗੁਰੂ ਦੇ ਇੱਥੇ ਵੀ ਗੱਲ ਸਮਝਾਉਂਦੇ ਨੇ, ਸਪਤ ਦੀਪ ਸਪਤ ਸਾਗਰਾ ਨਵਾਂ ਖੰਡ, ਚਾਰ ਵੇਦ 10 ਅਸ਼ਟ ਪੁਰਾਣਾ। ਉਹ ਤਾਂ ਗੁਰੂ ਪਾਤਸ਼ਾਹ ਇਹੋ ਜਿਹੀ ਗੱਲ ਵੀ ਸਮਝਾਉਂਦੇ ਨੇ। ਤੋ ਇਹ ਦੀਪ ਦਾ ਫਿਲਾਸਫੀ ਜਿਹੜੀ ਦੂਜੇ ਮਤਾਂ 'ਚ ਮਿਲਦੀ ਹੈ, ਗੁਰਮਤ ਦੀ ਫਿਲਾਸਫੀ ਇਹਨਾਂ ਨਾਲੋਂ ਵੱਖਰੀ ਹੈ, ਕਿਉਂਕਿ ਕਰਤਾ ਆਪ ਹੀ ਸਭ ਕੁਝ ਬਣਾਉਣ ਵਾਲਾ ਹੈ। ਨਾ ਕਿਸੇ ਦੀ ਲਕੀਰਾਂ ਖਿੱਚਣ ਨਾਲ ਸਮੁੰਦਰ ਬਣਨੇ ਨੇ, ਤੇ ਨਾ ਹੀ ਕਿਸੇ ਦੀ ਲਕੀਰ ਹਟਾਉਣਾ ਖੁਸ਼ਕ ਧਰਤੀ ਬਣਨੀ ਹੈ। ਪਰਮਾਤਮਾ ਹੀ ਜਾਣਦਾ ਹੈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ, ਸੋਈ ਦੀ ਗੱਲ ਹੈ। ਗੁਰੂ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾਈ। ਫਿਰ ਇੱਕ ਸ਼ਬਦ ਆਉਂਦਾ ਹੈ ਦੁਆਦਸ ਸਿਲਾ। ਇਹ ਇੱਕ ਵਿਚਾਰ ਜਿਹੜਾ ਹੈ ਇਹ ਆਉਂਦਾ ਹੈ, ਇੱਕ ਹੀ ਚੀਜ਼ ਹੈ ਦੁਆਦਸ ਸਿਲਾ। ਉਹ 12 ਦੇਵੀ ਦੇਵਤਿਆਂ ਦੀਆਂ ਪੱਥਰ ਮੂਰਤੀਆਂ, ਜਿਨ੍ਹਾਂ ਦੀ ਦੂਜੇ ਧਰਮਾਂ ਦੇ ਲੋਕ ਪੂਜਾ ਕਰਦੇ ਹਨ। ਉਹ ਹੈ ਵਿਸ਼ਨੂੰ, ਸ਼ਿਵ, ਲక్ష్ਮੀ, ਪਾਰਵਤੀ, ਸਰਸਵਤੀ, ਗਣੇਸ਼, ਕਾਲ, ਭੈਰਵ, ਸੂਰਜ, ਇੰਦਰ, ਯਮ। ਇਹ ਉਹਨਾਂ ਦੇ ਹਨ। ਪਰ ਦੂਜੇ ਪਾਸੇ ਵੈਦਿਆਨਾਥ ਜਿਹੜਾ ਮਹਾਤਮ ਹੈ, ਉਹਦੇ ਅਨੁਸਾਰ ਸ਼ਿਵ ਜੀ ਦੇ 12 ਸ਼ਿਵ ਲਿੰਗਾਂ ਨੂੰ ਵੀ 12 ਸਿਲਾ ਕਿਹਾ ਜਾਂਦਾ ਹੈ। ਇਹਨਾਂ ਦੇ ਥਾਂ ਜਿਹੜੇ ਹਨ ਉਹ ਪ੍ਰਵਾਸ ਖੇਤਰ ਵਿੱਚ ਸੋਮਨਾਥ, ਇਹ ਜਿਹੜੀਆਂ ਸਿਲਾਂ ਦੀ ਗੱਲ ਕੀਤੀ ਹੈ, ਉਹ 12 ਜਿੱਥੇ ਸ਼ਿਵਲਿੰਗ ਦੇ ਹਿੱਸੇ ਨੇ ਉਹਨੂੰ ਵੀ ਇਹ 12 ਸ਼ਿਲਾ ਕਿਹਾ ਜਾਂਦਾ। 12 ਸ਼ਿਲਾ, ਇੱਕ ਸੋਮਨਾਥ ਹੈ, ਇੱਕ ਮਲਕਾਰਜੁਨ ਹੈ ਜੋ ਕਿਸ਼ਕਿੰਧਾ ਕੋਲ ਸ਼੍ਰੀ ਸ਼ੈਲ ਨਾਂ ਦੇ ਪਹਾੜ ਦੇ ਉੱਤੇ ਮਲਕਾਰਜੁਨ ਹੈ। ਫਿਰ ਉਜੈਨਪੁਰੀ ਦੇ ਵਿੱਚ ਮਹਾਕਾਲ ਹੈ। ਫਿਰ ਨਰਮਦਾ ਦੇ ਕਿਨਾਰੇ ਤੇ ਅਮਰੇਸ਼ਵਰ 'ਚ ਓਂਕਾਰ ਦਾ ਜਿੱਥੇ ਮੰਦਿਰ ਬਣਿਆ ਹੋਇਆ ਹੈ। ਗਿਆ ਦੇ ਕੋਲ ਵੈਦਨਾਥ ਹੈ। ਫਿਰ ਪੂਨੇ ਦੇ ਕੋਲ ਸਾਕਣੀ ਨਦੀ ਦੇ ਕੰਢੇ ਉੱਤੇ ਭੀਮ ਸ਼ੰਕਰ ਦੇ ਨਾਂ ਦਾ ਇਹ ਸ਼ਿਲਾ ਬਣੀ ਹੋਈ ਹੈ, ਪੱਥਰ ਪਿਆ। ਲੰਕਾ ਦੇ ਪੁੱਲ ਦੇ ਕੋਲ ਰਮੇਸ਼ਵਰ ਦਾ ਨਾਮ ਦਿੱਤਾ ਗਿਆ ਹੈ। ਦਵਾਰਕਾ ਤੋਂ ਤਕਰੀਬਨ 5-4 ਮੀਲ ਪਰੇ 3 ਕੋਹ ਦੀ ਦੂਰੀ ਉੱਥੇ ਲਿਖੀ ਗਈ ਹੈ, ਉਹਦਾ ਨਾਂ ਨਗੇਸ਼ਵਰ ਹੈ। ਉਹਦਾ ਨਾਂ ਨਗੇਸ਼ਵਰ ਹੈ। ਤੇ ਕਾਸ਼ੀ ਦੇ ਜਿਹਦਾ ਨਾਂ ਹੈ ਵਿਸ਼ਵੇਸ਼ਵਰ ਹੈ। ਤੇ ਫਿਰ ਗੋਦਾਵਰੀ ਦੇ ਕੰਢੇ ਦੇ ਉਤਰਿਆ ਯੰਬਕ ਹੈ, ਨਾਮ ਰੱਖਿਆ ਗਿਆ। ਹਿਮਾਲਾ 'ਚ ਬਦਰੀਨਾਥ, ਬਦਰੀ ਨਾਰਾਇਣ ਦੇ ਪਾਸ ਇਹ ਜਿਹੜਾ ਬਦਰੀਨਾਥ ਹੈ, ਇਹ ਵੀ ਉਹਨੂੰ ਮੰਨਿਆ ਗਿਆ ਹੈ। ਤੇ ਦੱਖਣ ਦੇ ਵਿੱਚ ਜਦੋਂ ਅੱਜ ਜਾਂਦੇ ਹਾਂ ਔਰੰਗਾਬਾਦ ਦੇ ਕੋਲ, ਮਾਫ ਕਰਨਾ ਜੀ, ਉੱਥੇ ਤ੍ਰਿਸ਼ਟੇਸ਼ਵਰ ਦੇ ਨਾਂ ਦੇ ਉੱਤੇ ਇਹ ਸ਼ਿਲਾ ਬਣੀ ਹੋਈ। ਮਹਾਨਕੋਸ਼ ਦੇ ਵਿੱਚ ਸਾਰੇ ਨਾਂ ਦਿੱਤੇ ਹੋਏ। ਇਹ ਮੇਰਾ ਸਰੋਤ ਵੀ ਮਹਾਨਕੋਸ਼ ਹੈ, ਜਿੱਥੇ ਇਹ ਚੀਜ਼ਾਂ ਦਿੱਤੀਆਂ ਹੋਈਆਂ ਨੇ। ਤਾਂ ਭਗਤ ਰਵਿਦਾਸ ਜੀ ਨੇ ਇਹਨਾਂ 12 ਦੀ ਪੂਜਾ ਕਰਨ ਵਾਲਾ ਪਰਮਾਤਮਾ ਵੀ ਜੇ ਨਿੰਦਾ ਦੇ ਔਗਣ ਨਾਲ ਕਲੰਕਿਤ ਹੋ ਜਾਵੇ ਤਾਂ ਉਸ ਦੀ ਪੂਜਾ ਅਕਾਰਥ ਜਾਂਦੀ ਹੈ। ਇਹਨਾਂ ਦੀ ਪੂਜਾ ਕਰਨ ਵਾਲਾ ਜਿਹੜਾ ਪਰਮਾਤਮਾ ਹੈ, ਉਹ ਜੇ ਨਿੰਦਾ ਦੇ ਔਗਣ ਨਾਲ ਕਲੰਕਿਤ ਹੋ ਜਾਵੇ ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਉਹਦੀ ਪੂਜਾ ਵੀ ਵਿਅਰਥ ਚਲੀ ਜਾਂਦੀ। ਜਿਹੜੇ ਪਰਮਾਤਮਾ ਆਪਣੇ ਨੂੰ ਬੜੇ ਮੰਨਦੇ ਨੇ, ਉਹਦੀ ਪੂਜਾ ਵੀ ਵਿਅਰਥ ਚਲੀ ਜਾਂਦੀ ਹੈ। ਕਹਿੰਦੇ ਨੇ ਜੇ ਉਹ ਭਗਤ ਰਵਿਦਾਸ ਜੀ ਦਾ ਇੱਕ ਬਚਨ ਹੁੰਦਾ, ਜੇ ਉਹ ਦੁਆਦਸ ਸਿਲਾ ਪੁਜਾਵੇ, ਕਰੇ ਨਿੰਦ ਸਭ ਬਿਰਥਾ ਜਾਵੇ। ਇਹ 875 ਅੰਕ ਦੇ ਉੱਤੇ ਭਗਤ ਰਵਿਦਾਸ ਜੀ ਦਾ ਗੌਣ ਰਾਗ ਦੇ ਵਿੱਚ ਬਚਨ ਆਉਂਦਾ ਹੈ ਵੀ ਪੂਜਾ ਭਾਵੇਂ 10 ਸਿਲਾਂ ਤੇ ਕਰੇ, ਪਰ ਜੇ ਉਹਦੇ 'ਚ ਔਗਣ ਹਨ ਤਾਂ ਨਿੰਦਾ ਦਾ ਔਗਣ ਆ ਗਿਆ ਤਾਂ ਉਹਦਾ ਭਾਵ ਸਾਰਾ ਬਿਰਥਾ ਚਲਾ ਜਾਂਦਾ ਹੈ। ਇਹ ਜਿਹੜਾ ਦੁਆਦਸ ਦਾ ਅਰਥ ਜਿਹੜਾ ਗੁਰਬਾਣੀ 'ਚ ਟਰਮਨੋਲੋਜੀ ਆਉਂਦੀ ਹੈ, ਉਹਦਾ ਭਾਵ ਇਹ ਹੈ। ਇਸ ਤੋਂ ਅੱਗੇ ਇੱਕ ਲਫ਼ਜ਼ ਆਉਂਦਾ ਦੁਆਰਕਾਪੁਰੀ।
ਇਹ ਵੀ ਗੁਰਬਾਣੀ ਦੇ ਵਿੱਚ ਇਸਤੇਮਾਲ ਹੋਇਆ। ਦੁਆਰਕਾਪੁਰੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਵੀ ਸਾਨੂੰ ਮਿਲਦੇ ਹਨ। ਤੇ ਉਹ ਕਿਉਂ ਆਇਆ, ਕਿਉਂ, ਕੀ ਉਹਦਾ ਪਰਪਸ ਸੀ, ਕਿੱਥੋਂ ਇਹ ਚੀਜ਼ਾਂ ਆ ਗਈਆਂ। ਕਿਹਾ ਜਾਂਦਾ ਕਿ ਦੁਸ਼ਾਸਨ ਕੌਰਵ ਵੰਸ਼ੀ ਰਾਜਾ ਜਿਹੜਾ ਸੀ, ਧ੍ਰਿਤਰਾਸ਼ਟਰ ਦਾ ਪੁੱਤਰ ਦੁਰਯੋਧਨ ਦਾ ਛੋਟਾ ਭਰਾ, ਅਤੇ ਇਹ ਉਹਦਾ ਵਜ਼ੀਰ ਵੀ ਸੀ, ਦੀ ਗੱਲ ਕਹੀ ਜਾਂਦੀ ਹੈ। ਸੱਚ ਕੀ ਹੈ, ਗੁਰੂ ਦੀਆਂ ਗੁਰੂ ਜਾਣੇ, ਪ੍ਰਮਾਤਮਾ ਦੀਆਂ ਪ੍ਰਮਾਤਮਾ ਜਾਣੇ। ਦੁਰਯੋਧਨ ਨੇ ਜਦੋਂ ਦ੍ਰੋਪਦੀ ਨੂੰ ਬੇਪਤ ਕਰਨ ਲਈ ਬੁਲਾਇਆ ਤਾਂ ਦੁਸ਼ਾਸਨ ਉਹਨੂੰ ਕੈਸਾਂ ਤੋਂ ਫੜ ਕੇ ਘਸੀਟ ਕੇ ਲੈ ਆਇਆ ਸੀ। ਦੁਰਯੋਧਨ ਦੇ ਹੁਕਮ ਤੇ ਉਹਨੇ ਦ੍ਰੋਪਦੀ ਦੇ ਕੱਪੜੇ ਉਤਾਰਨੇ ਸ਼ੁਰੂ ਕੀਤੇ। ਦੁਸ਼ਾਸਨ ਜਿੰਨੇ ਵਸਤਰ ਉਤਾਰਦਾ ਉਨੇ ਹੀ ਹੋਰ ਹੇਠੋਂ ਨਿਕਲਦੇ ਆਉਂਦੇ। ਇਹ ਕਹਾਣੀ ਹੈ ਜੋ ਲਿਖੀ ਮਿਲਦੀ ਹੈ। ਦੁਸ਼ਾਸਨ ਦੀ ਮੌਤ ਫਿਰ ਕੁਰੂਕਸ਼ੇਤਰ ਦੀ ਜੰਗ ਰਣਭੂਮੀ ਦੇ ਅੰਦਰ ਭੀਮਸੈਨ ਦੇ ਹੱਥੋਂ ਹੋਈ ਲਿਖੀ ਗਈ ਹੈ, ਜਿਸ ਨੇ ਦ੍ਰੋਪਦੀ ਦੇ ਅਪਮਾਨ ਸਮੇਂ ਪ੍ਰਤੀਗਿਆ ਕੀਤੀ ਸੀ ਕਿ ਇਸ ਦੇ ਬਦਲੇ ਉਹ ਦੁਸ਼ਾਸਨ ਦਾ ਲਹੂ ਪੀਵੇਗਾ। ਜਿਹੜਾ ਭੀਮਸੈਨ ਨੇ ਇਹ ਪ੍ਰਤੀਗਿਆ ਕੀਤੀ ਸੀ। ਤੋ ਇਹ ਵਾਰਤਾ ਦਾ ਪੂਰਾ ਹਵਾਲਾ ਵੀ ਗੁਰੂ ਗ੍ਰੰਥ ਸਾਹਿਬ 'ਚ ਦਿੱਤਾ ਗਿਆ ਹੈ। ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀਏ ਲੈ। ਇਹ ਮਾਲੀ ਗੋੜਾ ਦੇ ਵਿੱਚ ਭਗਤ ਨਾਮਦੇਵ ਜੀ ਦਾ ਬਚਨ ਹੈ, ਮਾਲੀ ਗੋੜਾ ਰਾਗ ਦੇ ਵਿੱਚ। ਉੱਥੇ ਇਹ ਸ਼ਬਦਾਵਲੀ ਜਿਹੜੀ ਹੈ ਇਹ ਵਰਤੀ ਗਈ ਹੈ। ਇਸ ਤੋਂ ਅਗਲੇ ਆਪਾਂ ਚੱਲਦੇ ਆ। ਇੱਕ ਸ਼ਬਦ ਗੁਰਬਾਣੀ ਜਾਂਦਾ, ਦੁਰਗਾ ਕੋਟ ਜਾ ਕੇ ਮਰਦਨ ਕਰੇ। ਭੈਰੋ ਕਬੀਰ ਜੀ ਦੇ ਵਿੱਚ, ਭੈਰੋ ਕਬੀਰ ਜੀ ਦਾ ਭੈਰੋ ਰਾਗ 'ਚ ਬਚਨ ਹੈ, ਉਹਦੇ 'ਚ ਪੰਕਤੀ ਆਉਂਦੀ ਹੈ। ਹੁਣ ਇਹ ਲਫ਼ਜ਼ ਕਿੱਥੋਂ ਆਇਆ, ਇਹਦਾ ਮੂਲ ਕੀ ਹੈ, ਸਰੋਤ ਕੀ ਹੈ? ਦੁਰਗਾ ਦੇ ਦੈਤ ਦੇ ਪੁੱਤਰ ਦੁਰਗ ਨੂੰ ਮਾਰਨ ਵਾਲੀ ਦੇਵੀ ਦੁਰਗਾ ਕਹਾਉਂਦੀ ਹੈ। ਦੈਤ ਦੇ ਪੁੱਤਰ ਦੁਰਗ ਨੂੰ ਮਾਰਨ ਵਾਲੀ ਦੇਵੀ ਦਾ ਨਾਮ ਦੁਰਗਾ ਹੈ। ਇਹ ਸ਼ੇਰ ਦੀ ਸਵਾਰੀ ਕਰਦੀ ਹੈ, ਆਪਣੀਆਂ ਬਾਹਾਂ 8 ਬਾਹਾਂ ਦੇ ਵਿੱਚ ਵੱਖਰੇ ਵੱਖਰੇ ਸ਼ਸਤਰ ਰੱਖਦੀ ਹੈ। ਇੱਕ ਵਾਰ ਜਦੋਂ ਦੈਂਤਾਂ ਪਾਸੋਂ ਇੰਦਰ ਹਾਰ ਗਿਆ ਤਾਂ ਇਹਨੇ ਜਾ ਕੇ ਦੁਰਗਾ ਦੀ ਸ਼ਰਨ ਲਈ, ਅਤੇ ਫਿਰ ਦੁਰਗਾ ਮਾਈ ਨੇ ਦੈਂਤਾਂ ਦਾ ਨਾਸ਼ ਕਰਕੇ ਇੰਦਰ ਨੂੰ ਮੁੜ ਰਾਜ ਭਾਗ ਜਿਹੜਾ ਸੀ ਦਵਾ ਦਿੱਤਾ। ਮਾਰਕੰਡੇ ਪੁਰਾਣ ਦੇ ਵਿੱਚ ਜੋ ਲਿਖਿਆ ਮਿਲਦਾ ਹੈ ਉਹਦੇ 'ਚ ਦੁਰਗਾ ਦੀ ਉਸਤਤ ਕੀਤੀ ਗਈ ਹੈ, ਮਾਰਕੰਡੇ ਪੁਰਾਣ ਵਿੱਚ। ਔਰ ਇਸੇ ਕਰਕੇ ਹੀ ਬਹੁਤ ਸਾਰਾ ਹਿੱਸਾ ਤੁਹਾਨੂੰ ਉਹ ਜਿਹਦਾ ਨਾਮ ਗ੍ਰੰਥ ਲਿਖਿਆ ਜਾਂਦਾ ਉਹਦੇ 'ਚ ਵੀ ਮਿਲ ਜਾਏਗਾ। ਇਹ ਜਿਹੜਾ ਉਹਦੇ 'ਚ ਵੀ ਮਿਲ ਜਾਏਗਾ। ਤਾਂ ਇਹ 700 ਸ਼ਲੋਕਾਂ ਦੇ ਪਾਠ ਨੂੰ ਇੱਥੇ ਦੁਰਗਾ ਸਪਤਸ਼੍ਰੀ ਦਾ ਨਾਮ ਜਿਹੜਾ ਹੈ ਦਿੱਤਾ ਗਿਆ ਹੈ, ਜਿਹੜਾ ਮਾਰਕੰਡੇ ਪੁਰਾਣ ਦੇ ਵਿੱਚ ਲਿਖਿਆ ਗਿਆ ਹੈ, ਜਿਹਨੂੰ ਦੇਵੀ ਭਗਤੀ ਜਿਹੜੇ ਉਹ ਰੋਜ਼ਾਨਾ ਪੜ੍ਹਦੇ ਆ। ਆਸੂ ਸੁਦੀ ਜਦੋਂ ਅਸ਼ਟਮੀ ਆਉਂਦੀ ਹੈ ਤੇ ਚੇਤ ਸੁਦੀ ਅਸ਼ਟਮੀ ਨੂੰ ਇਹ ਦੁਰਗਾ ਪੂਜਾ ਕੀਤੀ ਜਾਂਦੀ ਹੈ, ਤੇ ਕੱਤਕ ਸੁਦੀ ਨੌਮੀ ਵੀ ਦੁਰਗਾ ਦਾ ਸਾਰਾ ਦਿਨ ਆਰਾਧਨ ਕੀਤਾ ਜਾਂਦਾ ਹੈ। ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮੇਸ਼ਰ ਨੂੰ ਹੀ ਸਰਵ ਸ਼ਕਤੀਮਾਨ ਮੰਨਿਆ ਗਿਆ ਹੈ, ਦੇਵੀ ਦੇਵਤਿਆਂ ਨੂੰ ਸਮਰੱਥ ਨਹੀਂ ਮੰਨਿਆ ਗਿਆ। ਦੁਰਗਾ ਨਹੀਂ ਬਲਕਿ ਦੁਰਗਾ ਵਰਗੀਆਂ ਕਰੋੜਾਂ ਦੇਵਤੀਆਂ ਉਸ ਪਰਮੇਸ਼ਰ ਦੀ ਮੁੱਠੀ ਚਾਪੀ ਕਰਦੀਆਂ ਹਨ, ਕੇਵਲ ਦੁਰਗਾ ਨਹੀਂ। ਇੱਥੇ ਦੁਰਗਾ ਕੋਟ ਜਾ ਕੇ ਮਰਦਨ ਕਰੇ ਦਾ ਅਰਥ ਇਹ ਹੈ ਕਿ ਕਰੋੜਾਂ ਹੀ ਦੁਰਗਾ ਵਰਗੀਆਂ ਦੇਵੀਆਂ ਜਿਸ ਦਾ ਮੁੱਠੀ ਚਾਪੀ ਕਰਦੀਆਂ ਹਨ। ਤਾਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਜੋ ਸਿੱਖਿਆ ਸਾਨੂੰ ਇਸ ਸ਼ਬਦ ਦੇ ਵਿੱਚ ਦਿੱਤੀ ਗਈ ਹੈ ਕਿ ਇਹ ਕਹਾਣੀਆਂ ਜੋ ਮਰਜ਼ੀ ਪ੍ਰਚਲਿਤ ਰਹਿਣ, ਕੌਣ ਹਾਰਿਆ ਕੌਣ ਗਿਆ, ਗੁਰੂ ਗ੍ਰੰਥ ਸਾਹਿਬ ਇਸ ਸ਼ਬਦ ਦਾ ਇਸਤੇਮਾਲ ਇਸ ਵਾਸਤੇ ਕੀਤਾ ਗਿਆ ਵੀ ਜੇ ਤੁਸੀਂ ਤੁਹਾਡੇ ਮੁਤਾਬਕ ਦੁਰਗਾ ਇੰਨੀ ਬਲਵਾਨ ਸੀ
ਤੇ ਉਹਦੇ ਵਰਗੇ ਵੀ ਪ੍ਰਮਾਤਮਾ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ, ਤਾਂ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ? ਤੋ ਕੱਲ ਉਸ ਪਰਮੇਸ਼ਰ ਦੀ ਬਿਰਧਤਾ ਦੀ ਕੀਤੀ ਗਈ, ਨਾ ਕਿ ਕਿਸੇ ਦੇਵੀ ਦੀ ਆਰਾਧਨਾ ਦੀ ਗੱਲ ਕੀਤੀ ਗਈ। ਬਹੁਤ ਸਾਰੇ ਕਥਾਕਾਰ ਇਸ ਨੂੰ ਦੂਜੇ ਪਾਸੇ ਨਾਲ ਜੋੜ ਲੈਂਦੇ ਹਨ, ਜਿਹੜਾ ਗਲਤ ਹੈ। ਇੱਕ ਨਾਲ ਹੀ ਇੱਕ ਸ਼ਬਦ ਹੋਰ ਦੁਰਵਾਸਾ ਰਿਸ਼ੀ ਵੀ ਇਹਦੇ ਨਾਲ ਹੀ ਆਉਂਦਾ ਹੈ ਦੱਦੇ ਦੇ ਉੱਤੇ। ਦੁਰਵਾਸਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਦਾ ਜਨਮ ਅਤ ਰਿਸ਼ੀ ਦੇ ਘਰ ਅਨਸੂਆ ਦੀ ਕੁੱਖ ਤੋਂ ਹੋਇਆ ਮੰਨਿਆ ਜਾਂਦਾ ਹੈ। ਇਹਦਾ ਸੁਭਾਅ ਸਖਤ ਸੀ ਤੇ ਕਦੀ ਮਾਮੂਲੀ ਗੱਲ ਤੇ ਇਹ ਹਰ ਕਿਸੇ ਨੂੰ ਸ਼ਰਾਪ ਦੇ ਦਿੰਦਾ ਸੀ। ਦੁਰਵਾਸਾ ਰਿਸ਼ੀ, ਜਿਹੜਾ ਵਿਸ਼ਨੂੰ ਪੁਰਾਣ ਹੈ ਉਹਦੇ ਵਿੱਚ ਲਿਖਿਆ ਕਿ ਜਦੋਂ ਰਿਸ਼ੀ ਨੇ ਇੰਦਰ ਨੂੰ ਸਿਰੋਪਾਓ ਵਜੋਂ ਦਿੱਤੇ ਹਾਰ ਦਾ ਅਪਮਾਨ ਕਰਦਿਆਂ ਹੋਇਆ ਦੇਖਿਆ ਤਾਂ ਉਹਨੇ ਸ਼ਰਾਪ ਦੇ ਦਿੱਤਾ, ਉਸਦਾ 3 ਲੋਕਾਂ ਦਾ ਰਾਜ ਨਸ਼ਟ ਹੋ ਜਾਏ। ਸ਼ਰਾਪ ਇਹ ਸੀ ਵੀ ਤੇਰਾ 3 ਲੋਕਾਂ ਦਾ ਰਾਜ ਨਸ਼ਟ ਹੋ ਜਾਏ। ਇਹ ਸਾਰਾ ਸ਼ਰਾਪ ਕਾਰਨ ਹੋਣ ਕਰਕੇ ਦੇਵਤਿਆਂ ਦੀ ਸ਼ਕਤੀ ਜਿਹੜੀ ਸੀ ਉਹ ਘਟ ਗਈ। ਉਹ ਸ਼ਕਤੀ ਨਾ ਰਹੀ ਜਿਹੜੀ ਦੇਵਤਿਆਂ ਦੀ ਸ਼ਕਤੀ ਹੋਣੀ ਚਾਹੀਦੀ ਹੈ। ਉਹ ਸ਼ਕਤੀ ਜਿਹੜੀ ਸੀ ਉਹ ਘਟ ਗਈ। ਮਹਾਭਾਰਤ ਦੇ ਵਿੱਚ ਵੀ ਇੱਕ ਥੋੜਾ ਜਿਹਾ ਜ਼ਿਕਰ ਆਉਂਦਾ ਹੈ, ਹਾਲਾਂਕਿ ਮੈਨੂੰ ਬਹੁਤੀ ਮਹਾਭਾਰਤ ਦੀ ਜਾਣਕਾਰੀ ਨਹੀਂ ਹੈ, ਲੇਕਿਨ ਥੋੜੀ ਬਹੁਤਾ ਜਿੰਨਾ ਇੱਕ ਜ਼ਿਕਰ ਮਿਲਦਾ ਹੈ ਵੀ ਇੱਕ ਵਾਰੀ ਕ੍ਰਿਸ਼ਨ ਜੀ ਨੇ ਦੁਰਵਾਸਾ ਰਿਸ਼ੀ ਦੀ ਬੜੀ ਆਓ ਭਗਤ ਕੀਤੀ, ਬੜੀ ਸੇਵਾ ਕੀਤੀ, ਪਰ ਰਿਸ਼ੀ ਦੇ ਚਰਨ ਤੋਂ ਅੰਨ ਦਾ ਜੂਠਾ ਕਿਨਕਾ ਪੁੰਝਣੋਂ ਉਹ ਰੁਕ ਗਏ। ਇਸ ਕੇ ਉਹਨਾਂ ਨੇ ਸ਼ਰਾਪ ਦੇ ਦਿੱਤਾ ਕਿ ਤੇਰਾ ਅੰਤ ਪੈਰ ਵਿੱਚ ਤੀਰ ਲੱਗਣ ਨਾਲ ਹੋਏਗਾ। ਇਹ ਸ਼ਰਾਪ ਦੇ ਦਿੱਤਾ ਕ੍ਰਿਸ਼ਨ ਜੀ ਨੂੰ। ਇਸੇ ਤਰ੍ਹਾਂ ਹੋਰ ਵੀ ਬੜਾ ਕੁਝ ਲਿਖਿਆ ਮਿਲਦਾ ਹੈ ਕਿ ਰਿਸ਼ੀਆਂ ਦੀ ਮੰਡਲੀ ਨਾਲ ਦੁਰਵਾਸਾ ਜੀ ਦੁਆਰਕਾ ਆਏ। ਪ੍ਰਕਾਸ਼ ਉਸ ਸਥਾਨ ਤੇ ਕੁਝ ਸਮਾਂ ਟਿਕੇ। ਯਾਦਵ ਕੁਲ ਦੇ ਲੜਕੇ ਜਿੱਥੇ ਖੇਡ ਰਹੇ ਸਨ, ਉਹਨਾਂ ਕ੍ਰਿਸ਼ਨ ਜੀ ਦੇ ਨਾਮ ਦੀ ਜਦੋਂ ਉੱਥੇ ਗੱਲ ਕੀਤੀ, ਜਾਂ ਇਹ ਕਹਿ ਲਓ ਬੜੀ ਹੋਰ ਤਰ੍ਹਾਂ ਦੀ ਕਹਾਣੀ ਹੈ ਜਿਹੜੀ ਮੈਨੂੰ ਵੀ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਆਈ। ਇਹ ਕਹਾਣੀ ਕੀ ਹੈ, MP ਸਿੰਘ ਜੀ ਨੂੰ ਜ਼ਿਆਦਾ ਇਹਦੇ ਬਾਰੇ ਗਿਆਨ ਹੋਏਗਾ ਕਿਉਂਕਿ ਉਹ ਇਹਨਾਂ ਚੀਜ਼ਾਂ ਦਾ ਜ਼ਿਆਦਾ ਗਿਆਨ ਰੱਖਦੇ ਆ। ਤਾਂ ਉਲਟੀ ਸਿੱਧੀ ਜੀ ਕਹਾਣੀ ਹੈ। ਤਾਂ ਮੈਂ ਸਿਰਫ ਇੰਨੀ ਗੱਲ ਹੀ ਕਹਾਂਗਾ ਵੀ ਦੁਰਵਾਸਾ ਰਿਸ਼ੀ ਦਾ ਜ਼ਿਕਰ ਕਰਦਿਆਂ ਭਗਤ ਨਾਮਦੇਵ ਜੀ ਇਹ ਗੱਲ ਲਿਖਦੇ ਨੇ, ਦੁਰਵਾਸਾ ਸਿਉ ਕਰਤ ਠਗੋਰੀ ਯਾਦਵ ਦੇ ਇਹ ਫਲ ਯਾਦਵ ਇਹ ਫਲ ਪਾਏ। ਯਾਦਵਾਂ ਨੂੰ ਜੋ ਫਲ ਉਹ ਮਿਲਿਆ। ਤਾਂ ਇਹ ਇੱਕ ਟਰਮਨੋਲੋਜੀ ਜਿਹੜੀ ਵਰਤੀ ਗਈ ਹੈ ਉਹ ਇਸ ਤਰ੍ਹਾਂ ਵਰਤੀ ਗਈ ਹੈ। ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਮਿਲਦਾ ਹੈ ਦੀਵਾਨਾ ਜਾਂ ਬੁਰਾਨਾ ਲਫ਼ਜ਼ ਮਿਲਦਾ ਹੈ। ਦੀਵਾਨਾ ਦੇ ਮੁੱਖ ਤੌਰ ਦੇ ਉੱਤੇ 2 ਅਰਥ ਕੀਤੇ ਜਾਂਦੇ ਹਨ। ਜੇ ਇਸ ਦੇ ਆਪਾਂ ਸ਼ਬਦੀ ਅਰਥ ਲਈਏ ਤਾਂ ਇਹਦਾ ਅਰਥ ਬਣਦੇ ਨੇ ਪਾਗਲ, ਕਮਲਾ ਜਾਂ ਦਿਮਾਗੀ ਸ਼ੁੱਧ ਬੁੱਧ ਖੋਹ ਲੈਣ ਵਾਲਾ ਉਹ ਵਿਅਕਤੀ, ਉਹਨੂੰ ਦੀਵਾਨਾ ਕਿਹਾ ਜਾਂਦਾ ਹੈ। ਜੇ ਅਲੰਕਾਰਕ ਅਰਥਾਂ ਦੇ ਵਿੱਚ ਇਹ ਸ਼ਬਦ ਦਾ ਭਾਵ ਜਿਹੜਾ ਹੈ ਉਹ ਹੈ ਮਸਤ, ਇਸ਼ਕ ਵਿੱਚ ਗਲਤਾਨ, ਉਹ ਵਿਅਕਤੀ ਕਿਸੇ ਧੁਨ ਵਿੱਚ ਜੋ ਲੱਗਾ ਹੋਵੇ, ਉਹ ਵਿਅਕਤੀ ਉਹਨਾਂ ਦੇ ਲਈ ਇਹ ਲਫ਼ਜ਼ ਜਿਹੜੇ ਆ ਇਹ ਵਰਤਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਪ੍ਰਭੂ ਭਗਤੀ ਦੇ ਆਪਣੀ ਲਗਨ, ਆਪਣੀ ਮਸਤੀ ਤੇ ਆਪਣੀ ਧੁਨ ਨੂੰ, ਮਸਤੀ ਨੂੰ ਉਹਨਾਂ ਨੇ ਦਰਸਾਉਣ ਦੇ ਲਈ ਦੀਵਾਨਾ ਲਫ਼ਜ਼ ਇਸਤੇਮਾਲ ਕੀਤਾ ਹੈ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਪਿਆ ਦੀਵਾਨਾ ਸ਼ਾਹ ਕਾ ਨਾਨਕ ਬਹਰਾਨਾ, ਹੋ ਹਰ ਬਿਨ ਅਵਰ ਨਾ ਜਾਣਾ। ਇਹ ਸ਼ਬਦ ਹੈ ਪੂਰਾ ਜਿਹਦੇ ਵਿੱਚ ਸਤਿਗੁਰੂ ਜੀ ਨੇ ਆਪਣੇ ਲਈ ਦੀਵਾਨਾ ਲਫ਼ਜ਼ ਜਿਹੜਾ ਹੈ ਇਸਤੇਮਾਲ ਕੀਤਾ ਹੈ। ਹੁਣ ਦੀਵਾਨਾ ਹੁੰਦਾ ਕੌਣ ਹੈ? ਉਹਦੇ ਚ ਕਹਿੰਦੇ ਤੋ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ।
एक ही साहेब बारा दूजा और ना जाने कोई, तो दीवाना जानिए जा एकाकार कमाए, हुक्म पछाणे खसम का दूजी अवर सियान पकाए। तो दीवाना जानिए जा साहिब धरे प्यार, मंदा जाने आपको अवर भला संसार। दीवाने दे ਇਹ ਲੱਛਣ ਹਨ ਜੋ ਗੁਰਬਾਣੀ ਨੇ ਦਿੱਤੇ। ਜਿਹੜਾ ਪ੍ਰਭੂ ਦੇ ਭੈ ਵਿੱਚ ਦੀਵਾਨਾ ਹੋ ਜਾਏ। ਇੱਕ ਹੀ ਸਾਹਿਬਾਨਾ, ਇੱਕ ਸਾਹਿਬ ਪ੍ਰਮਾਤਮਾ ਤੋਂ ਬਿਨਾ ਕਿਸੇ ਹੋਰ ਦੀ ਬੰਦਗੀ ਨਾ ਕਰੇ, ਉਹ ਦੀਵਾਨਾ ਹੈ। ਕਬੀਰ ਜੀ ਨੇ ਵੀ ਇੱਕ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਬੌਰਾ ਜਾਂ ਬੁਰਾਨਾ ਲਫ਼ਜ਼ ਵੀ ਇਸਤੇਮਾਲ ਕੀਤਾ ਹੈ। ਆਪ ਜੀ ਪ੍ਰਭੂ ਦੇ ਆਪ ਜੀ ਜਿਹੜੀ ਗੱਲ ਕਰਦੇ ਨੇ ਕਿ ਮੈਂ ਪ੍ਰਭੂ ਦੇ ਗੁਨਾਹ ਨੂੰ ਸੁਣਦਾ, ਬੋਲਦਾ, ਕਰਦਾ ਬੁਰਾਨਾ ਹੋ ਗਿਆ। ਮੈਂ ਆਪ ਬੋਰਾ ਨਹੀਂ ਹੋਇਆ, ਬਲਕਿ ਮੇਰੇ ਪਿਆਰੇ ਨੇ ਹੀ ਮੈਨੂੰ ਬੋਰਾ ਕਰ ਦਿੱਤਾ। ਸ਼ਬਦ ਬਹੁਤ ਸਾਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੋਵੇਗਾ। ਬਹੁਤ ਸਾਰੇ ਕੀਰਤਨ ਬਲਾਵਲ ਰਾਗ ਦਾ ਸ਼ਬਦ ਹੈ। ਵਿਦਿਆ ਨਾ ਪਰੂੰ ਬਾਦ ਨਹੀਂ ਜਾਣੂ, ਹਰ ਗੁਣ ਕਥਤ ਸੁਨਤ ਬੋਰਾਨੰਗ, ਹਰ ਬਿਰਕਤ ਸੁਨਤ ਬੋਹਰਾਨੋ। ਵਿੱਚ ਭਗਤ ਜੀ ਨੇ ਜਿਹੜੀ ਗੱਲ ਲਿਖੀ ਹੈ, ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ, ਮੈਂ ਬੋਰਾ, ਮੈਂ ਬਿਗੜਿਓ ਬਿਗੜੇ ਮਤ ਔਰਾ। ਇਹ ਰਹਾਉ ਦੀ पंक्ति है। तो आप ना बोरा राम कियो बोरा, सतगुर जार गयो परम मोरा। गुरु ने सारे भुलेखे दूर करते। गुरु ने सारा कुछ साडा भुलेखा सी वो दूर करता। तो ये बुराना शब्द उस प्यारे दे प्यार विच जो रंगियां हुई रूहां सन, उन्होंने इस्तेमाल किया। असल विच ये कमले दे नहीं, उस प्रीतम दे प्यार विच कमला हो जाना, उन्हें बुराना ਜਾਂ दीवाना लफ्ज़ ਦੇ ਨਾਲ इस्तेमाल करके ये शब्दों का प्रयोग करके सतगुरु जी ने ਜਾਂ भगत जी ने उस प्यारे प्रीतम नाल अपनी मुहब्बत अपना प्यार दर्शाया। इस भाव ਵਿੱਚ ਇਹ ਸ਼ਬਦ ਜਿਹੜੇ ਹਨ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਤੇਮਾਲ ਕੀਤੇ ਗਏ ਹਨ। ਇਸ ਤੋਂ ਅੱਗੇ ਹੋਰ ਸ਼ਬਦ ਹਨ, ਦੱਦੇ ਅੱਖਰ ਤੋਂ ਅਜੇ ਕਾਫੀ ਸ਼ਬਦ ਬਾਕੀ ਹਨ, ਜਿਨ੍ਹਾਂ ਦੀ ਵਿਚਾਰ ਅਸੀਂ ਅੱਗੋਂ ਜਦੋਂ ਸਮਾਂ ਮਿਲੇਗਾ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਅੱਜ ਦੀ ਵਿਚਾਰ ਨੂੰ ਇੱਥੇ ਹੀ ਸੰਕੋਚਦੇ ਹੋਏ ਆਪ ਪਾਸੋਂ ਹੋਈਆਂ ਭੁੱਲਾਂ ਦੀ ਮਾਫੀ ਮੰਗ ਰਿਹਾ ਹਾਂ। ਪਿਆਰ ਸਹਿਤ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।